ਮੈਨੂੰ ਪਤਾ ਲੱਗਿਆ ਜਦੋਂ ਮੈਂ ਜ਼ਾਲੂ ਨੂੰ ਪੁੱਛਿਆ ਵੀ ਜ਼ਾਲੂ ਤੂੰ ਆਉਂਦਾ ਕਿਉਂ ਨਹੀਂ? ਕਹਿੰਦਾ ਵੀ ਹਾਲਾਤ ਠੀਕ ਨਹੀਂ ਹਨ। ਉਧਰ ਮੇਰੇ ਫਾਦਰ ਨੂੰ ਕਿਹਾ ਸਾਡੇ ਪੜੋਸੀ ਨੇ ਜਿਹਨੂੰ ਮੁੰਡੇ ਨੂੰ ਤੇ ਆਪਣੇ ਖਰਾਸੀਆਂ ਦੇ ਮਹੱਲੇ ਨਾ ਜਾਣ ਦਿਆ ਕਰੋ, ਉਹ ਮੁਸਲਮਾਨ ਨੇ, ਇਹਨੂੰ ਵੱਢ ਸਕਦੇ ਨੇ। ਜ਼ਾਲੂ ਨਹੀਂ ਚਲੇ ਗਏ, ਪਾਕਿਸਤਾਨ ਚਲੇ ਗਏ। मैं अपनी नवी किताब च लिखे है कि मैनू पता नहीं भी पहुंच गया कि नहीं पहुंचे। मुड़ के कदे गल नहीं हुई जल नहीं कदे गल नहीं, पता ही नहीं लग्या कित्थे गया। पता ही नहीं लग इन्ना पता लग गया मैनू भी लाहौर की कुछ तुसी होर देखिया उस दौर दे अंदर? क्यों ऐ हो गया कि सिख मुसलमान हिंदू इकट्ठे रहिंदे रहिंदे भरावां वर्गा प्यार सीगा, एक दूजे दे दुश्मन हो गए? उजड़ गया दा देश ना कोई, मरियां दी ना थां, ना वे रब्बा ना। गल है भी मेजोरिटेरियनिज्म जद आ जाए ना दिमाग दे विच, फिर वो आदमी के अंदर तो आदमीयत खत्म हो जाती है तो जानवर याद पैंदे। क्योंकि मारना इटसेल्फ जिहड़ी है ये अपने ਜਿਹੜੀ ਚੀਜ਼ ਜਿਹੜੀ ਗੱਲ ਕੁਦਰਤ ਦੇ ਹੱਥ ਹੈਗੀ ਉਹ ਤੁਸੀਂ ਆਪ ਚੀਜ਼ ਦੇ ਨਹੀਂ ਸਕਦੇ, ਤੁਸੀਂ ਲੈ ਕਿਵੇਂ ਸਕਦੇ ਹੋ? ਤੁਹਾਨੂੰ ਮੈਂ ਅਰਜ਼ ਕੀਤੀ ਹੈ ਕਿ ਜਿਹੜੇ ਪਿੰਡਾਂ ਦੇ ਪਿੰਡ ਸਾੜੇ ਨੇ ਉਹਨਾਂ ਦਾ ਕੋਈ ਰਿਕਾਰਡ ਹੀ ਨਹੀਂ ਹੈ। ਜਿਹੜਾ ਕਿਹਾ ਜਾਂਦਾ 10 ਲੱਖ ਦੇ ਨੇੜੇ ਲੋਕ ਚਲੇ ਗਏ, ਸਾਰੇ ਇਦੋਂ ਵੀ ਜ਼ਿਆਦਾ ਹੋ ਸਕਦਾ। ਭਰਾ ਜੀ ਗਏ ਹੀ ਨਹੀਂ ਹਨ ਇੱਥੇ ਤੋਂ, ਤਾਂ ਇੱਥੇ ਮਾਰਤੇ। ਪਿੱਛੇ ਜੇ ਕੁਝ ਮੀਟਿੰਗਾਂ ਹੋਣ ਲੱਗੀਆਂ ਕਿ ਪਛਤਾਪ ਕਰੋ ਇਸ ਗੱਲ ਦੇ ਲਈ, ਹੋ ਸਕਦਾ ਬੰਦਾ ਕੌਣ ਕਰੂਗਾ? ਮੋਦੀ ਜੀ ਕਰਨਗੇ ਪਛਤਾਪ? ਆਰਐਸਐਸ ਕਰੂਗਾ ਪਛਤਾਪ? ਕੌਣ ਕਰੂਗਾ ਪਛਤਾਪ? तो आरएसएस ने मारे और किसने मारे? अकालियों ने मारे, आरएसएस ने मारे। आरएसएस 45-44 ये आम कहा था, मैं भी 2-4 बार गया शाखा च, कि मुसलमान हमारा सबसे नज़दीक का दुश्मन है। कालियां ने मारे कोई दे सबूत है क्या? पता नहीं तुझे अक्खी देखा है? मैं अक्खी देखे, मैं सबूत हाँ, मैं मर जूंगा सबूत मिट जूगा। मुस्लिम लीग और आरएसएस ਦਾ ਏਜੰਡਾ ਇੱਕ ਹੈ, ਟੂ ਨੇਸ਼ਨ ਥਿਊਰੀ ਦੋਨਾਂ ਨੂੰ ਮੰਨਦੇ ਨੇ। ना वे रब्बा ना, ना वे रब्बा ना, उजड़ गया दा देश ना कोई, मरियां दी ना थां, ना वे रब्बा ना, ना वे रब्बा ना। पंजाब ने बहुत सारे उजाड़े देखे, 47 ਦੇ ਉਜਾੜੇ ਨੇ ਪੰਜਾਬ ਨੂੰ ਧੁਰ ਅੰਦਰੋਂ ਝੰਜੋੜਿਆ ਵੀ। ਪੰਜਾਬ ਦਾ ਉਹ ਚਿਹਰਾ ਵੀ ਸਾਹਮਣੇ ਆਇਆ ਜਿਹੜਾ ਕਿਤੇ ਲੁਕਿਆ ਹੋਇਆ ਸੀ। ਭਰਾ ਭਰਾਵਾਂ ਦੇ ਦੁਸ਼ਮਣ ਹੋ ਗਏ। ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਦੀ ਵਿਆਖਿਆ ਕੀਤੀ। 47 ਦੀ ਵੰਡ ਤੇ ਅਸੀਂ ਪ੍ਰੋ ਪੰਜਾਬ ਟੀਵੀ ਦੀ ਸੀਰੀਜ਼ ਵੰਡ 'ਚ ਲਗਾਤਾਰ ਗੱਲ ਕਰ ਰਹੇ ਹਾਂ ਉਹਨਾਂ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਨੇ ਆਪਣੇ ਅੱਖੀਂ ਸਾਰਾ ਕੁਛ ਇਹ ਦੇਖਿਆ, ਉਹਨਾਂ ਨੇ ਇਹ ਦਰਦ ਹੰਢਾਇਆ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬੰਦਾ ਇੱਕ ਵਾਰ ਵਾਪਰੀਆਂ ਤਰਾਸਦੀਆਂ ਤੋਂ ਮੁੜ ਸਿੱਖਦਾ ਕਿਉਂ ਨਹੀਂ ਆ? ਇਸੇ ਦੇਸ਼ 'ਚ ਉਸ ਤੋਂ ਬਾਅਦ 84 ਵੀ ਹੋਇਆ, ਗੋਧਰਾ ਵੀ ਹੋਇਆ, ਕੰਧਮਾਲ ਵੀ ਹੋਇਆ, ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ। ਕਿਉਂ ਬੰਦਾ ਬੰਦੇ ਦਾ ਦੁਸ਼ਮਣ ਹੋ ਜਾਂਦਾ ਹੈ? ਸਟੇਟ ਦਾ ਇਹਦੇ 'ਚ ਕੀ ਰੋਲ ਹੁੰਦਾ ਹੈ? ਸਾਡੇ ਨਾਲ ਅੱਜ ਪਟਿਆਲੇ ਦੇ ਚੰਦਰ ਪ੍ਰਕਾਸ਼ ਰਾਹੀ ਨੇ, ਜਿਹੜੇ 90ਵਿਆਂ ਦੇ ਨੇੜੇ ਨੇ ਔਰ ਜਿਹੜੇ ਉਦੋਂ 12-13 ਸਾਲ ਦੇ ਸੀ। ਬਹੁਤ ਕੁਝ ਦੇਖਿਆ ਉਹਨਾਂ ਨੇ। ਖੰਨੇ 'ਚ ਪੈਦਾ ਹੋਏ ਅਤੇ ਖੰਨੇ ਦੀ ਧਰਤੀ 'ਤੇ ਉਹਨਾਂ ਨੇ ਬਹੁਤ ਸਾਰੀਆਂ ਕਹਾਣੀਆਂ ਦੇਖੀਆਂ। ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਉਹਨਾਂ ਕੋਲ ਨੇ ਵੰਡ ਦੇ ਦਿਨਾਂ ਦੀਆਂ। ਕਿਵੇਂ ਸਮਝਦੇ ਨੇ ਉਹ ਵੰਡ ਨੂੰ, ਕਿੰਨੀ ਵੱਡੀ ਤਰਾਸਦੀ ਸੀ, ਕਿੰਨੇ ਦੋਸਤ ਵਿਛੜੇ ਉਹਨਾਂ ਦੇ। ਔਰ ਉਹਨਾਂ ਨੇ ਕਿਤਾਬ ਵੀ ਲਿਖੀ ਵੂੰਡਸ ਆਫ ਪਾਰਟੀਸ਼ਨ, ਪਾਰਟੀਸ਼ਨ ਦੇ ਜਿਹੜੇ ਜ਼ਖਮ ਨੇ ਉਹ ਕੀ ਨੇ, ਔਰ ਪਾਰਟੀਸ਼ਨ ਦੇ ਜ਼ਖਮ ਮਾਂ ਦੇ ਉੱਤੇ ਕਦੇ ਮੱਲਮ ਲੱਗੀ, ਕਿਸੇ ਨੇ ਮੱਲਮ ਲਾਈ?
ਇਹ ਸਵਾਲ ਸਾਡੇ ਸਾਰਿਆਂ ਲਈ ਹੈ। ਗੱਲ ਸ਼ੁਰੂ ਕਰਦੇ ਹਾਂ ਚੰਦਰ ਪ੍ਰਕਾਸ਼ ਰਾਹੀ ਜੀ ਦੇ ਨਾਲ। ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਰਾਹੀ ਸਾਹਿਬ, ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਤੋਂ, ਕੀ ਯਾਦ ਆਗਾ ਜਦੋਂ ਤੁਸੀਂ ਵੰਡ ਨੂੰ ਯਾਦ ਕਰਦੇ ਹੋਗੇ, ਜਦੋਂ ਤੁਹਾਡੇ ਦਿਮਾਗ 'ਚ ਪਹਿਲੀ ਵਾਰ ਤੁਹਾਨੂੰ ਸੁਣਨ ਨੂੰ ਮਿਲਿਆ ਕਿ ਵੰਡ ਹੋ ਰਹੀ ਹੈ, ਪਹਿਲੀ ਵਾਰ ਤੁਹਾਨੂੰ ਪਤਾ ਲੱਗਿਆ ਕਿ ਇਹ ਹੋ ਰਿਹਾ, ਉਦੋਂ ਤਾਂ ਸ਼ਾਇਦ ਇੰਨੀ ਵਿਆਖਿਆ ਨਾ ਹੋ ਰਹੀ ਹੋਵੇ, ਪਹਿਲੀ ਵਾਰ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਕਿ ਚੰਗੇ ਭਲੇ ਤੁਸੀਂ ਬੈਠੇ? ਮੇਰਾ ਦੋਸਤ ਸੀਗਾ ਅਫਜ਼ਲ, ਉਹਨੂੰ ਅਸੀਂ ਜ਼ਾਲੂ ਕਹਿੰਦੇ ਹੁੰਦੇ ਸੀ, ਤਾਂ ਸਡਨਲੀ ਉਹਨੇ ਆਉਣਾ ਬੰਦ ਕਰਤਾ ਸਾਡੇ ਘਰ। ਮੇਰੇ ਉਹਨਾਂ ਦਿਨਾਂ 'ਚ ਮੇਰੀ ਇੱਕ ਸਿਸਟਰ ਦੀ ਡੈਥ ਹੋਈ ਟੀਬੀ ਦੇ ਨਾਲ, ਤਾਂ ਮੈਂ ਸਕੂਲ ਬੜਾ ਘੱਟ ਜਾਂਦਾ ਸੀ। ਉੱਥੇ ਤੋਂ ਮੈਨੂੰ ਪਤਾ ਲੱਗਿਆ, ਜਦੋਂ ਮੈਂ ਜ਼ਾਲੂ ਨੂੰ ਪੁੱਛਿਆ ਵੀ ਜ਼ਾਲੂ ਤੂੰ ਆਉਂਦਾ ਕਿਉਂ ਨਹੀਂ, ਕਹਿੰਦਾ ਵੀ ਹਾਲਾਤ ਠੀਕ ਨਹੀਂ ਹਨ। ਉੱਧਰ ਮੇਰੇ ਫਾਦਰ ਨੂੰ ਕਿਹਾ ਸਾਡੇ ਪੜੋਸੀ ਨੇ, ਮੈਨੂੰ ਮੁੰਡੇ ਨੂੰ ਆਪਣੇ ਖਰਾਸੀਆਂ ਦੇ ਮਹੱਲੇ ਨਾ ਜਾਣ ਦਿਆ ਕਰੋ, ਉਹ ਮੁਸਲਮਾਨ ਨੇ, ਇਹਨੂੰ ਵੱਢ ਸਕਦੇ ਨੇ। ਤਾਂ ਉੱਥੇ ਕੀ ਹੋਇਆ, ਜਿਹੜੇ ਪਾਕਿਸਤਾਨ ਤੋਂ ਬੰਦੇ ਸੀਗੇ ਉਹ ਆਏ, ਰਿਫਿਊਜੀ, ਉਹ ਆ ਕੇ ਉਹਨਾਂ ਨੇ ਜਦ ਕਹਾਣੀਆਂ ਸੁਣਾਈਆਂ ਤਾਂ ਸਾਡੇ ਵਿੱਚ ਦੋ ਖੰਨੇ ਬਣ ਗਏ, ਇੱਕ ਮੁਸਲਿਮ ਖੰਨਾ, ਇੱਕ ਹਿੰਦੂ ਖੰਨਾ। ਉਹਦੇ ਵਿੱਚ ਕੀ ਹੋਇਆ ਕਿ ਮੁਸਲਿਮ ਇੱਕ ਪਾਸੇ, ਸਾਡੇ ਮੁਸਲਿਮ ਜਿਹੜੇ ਸੀਗੇ ਉਹ ਇੱਕ ਤਾਂ ਖਰਾਸੀਆਂ ਮਹੱਲੇ 'ਚ ਰਹਿੰਦੇ ਸੀ, ਇੱਕ ਉਹ ਰਹਿੰਦੇ ਸੀਗੇ ਖਟੀਕਾਂ ਦਾ ਮਹੱਲਾ, ਤੇ ਪਰਲੇ ਪਾਸੇ ਸੀ ਖੰਨੇ ਮੜੀਆਂ ਦੇ ਨੇੜੇ ਪਾਸੇ ਸੀ। ਤੇ ਉਸ ਵੇਲੇ ਫਿਰ ਮੈਨੂੰ ਪਤਾ ਲੱਗਿਆ ਵੀ ਤਾਂ ਫਿਰ ਇੱਕ ਵੰਡ ਹੋ ਗਈ, ਜ਼ਾਲੂ ਨਹੀਂ ਚਲੇ ਗਏ, ਪਾਕਿਸਤਾਨ ਚਲੇ ਗਏ। ਮੈਂ ਆਪਣੀ ਨਵੀਂ ਕਿਤਾਬ 'ਚ ਲਿਖਿਆ ਤੇ ਮੈਨੂੰ ਪਤਾ ਨਹੀਂ ਵੀ ਇਹ ਪਹੁੰਚ ਗਿਆ ਕਿ ਨਹੀਂ ਪਹੁੰਚਿਆ। ਜ਼ਾਲੂ ਮੁੜ ਕੇ ਕਦੇ ਗੱਲ ਨਹੀਂ ਹੋਈ ਜ਼ਾਲੂ? ਨਹੀਂ, ਕਦੇ ਗੱਲ ਨਹੀਂ ਹੋਈ। ਪਤਾ ਹੀ ਨਹੀਂ ਲੱਗਿਆ ਕਿੱਥੇ ਗਿਆ? ਪਤਾ ਹੀ ਨਹੀਂ ਲੱਗ ਪਿਆ, ਇੰਨਾ ਕੁ ਪਤਾ ਲੱਗਿਆ ਮੈਨੂੰ ਵੀ ਲਾਹੌਰ ਨੇ। ਪਰਿਵਾਰ ਸੀ ਉਹਦਾ ਨਾਲ? ਉਹ ਉਸ ਵੇਲੇ ਤਾਂ ਬੱਚਾ ਸੀ, ਉਸ ਵੇਲੇ ਤਾਂ ਮੇਰੀ ਉਮਰ ਦਾ ਸੀ, ਮੇਰਾ ਜਮਾਤੀ ਸੀ। ਅਸੀਂ 6ਵੀਂ ਤੋਂ ਲੈ ਕੇ 8ਵੀਂ ਤੱਕ ਇਕੱਠੇ ਪੜ੍ਹੇ ਇਸ ਸਕੂਲ ਕਰਨੇ 'ਚ। ਉਹਦਾ ਫਿਰ ਮੈਨੂੰ ਨਹੀਂ ਪਤਾ। ਇਸੇ ਤਰ੍ਹਾਂ ਜਿਹੜਾ ਆਵਾਸ ਸੀਗਾ ਬਾਸਾ, ਉਹਦਾ ਨਹੀਂ ਮੈਨੂੰ ਪਤਾ। ਹਮੀਦ ਦਾ ਮੈਨੂੰ ਪਤਾ ਲੱਗਿਆ, ਹਮੀਦ ਇੱਥੇ ਮਾਰਿਆ ਪਟਿਆਲੇ ਅਨਾਰਦਾਨਾ ਚੌਕ 'ਚ, ਉਹ ਆਪਣੇ ਨਾਨਕੇ ਆ ਗਿਆ ਸੀ। ਪਹਿਲਾਂ ਉਹਦਾ ਫਾਦਰ ਮਾਰਿਆ, ਆਪਣੇ ਕਿਹਨੇ ਮਾਰਿਆ? ਸਾਡੇ ਖੰਨੇ ਇੱਕ ਇੰਡਸਟਰੀਅਲਿਸਟ ਸੀਗਾ, ਸ਼ਾਇਦ ਤੁਸੀਂ ਨਾਂ ਦਾ ਸੁਣਿਆ ਹੋਵੇ, ਮਹਿੰਦਰ ਸਿੰਘ, ਬੜਾ ਲੀਡਰ ਰਿਹਾ ਉਹ, ਅਕਾਲੀਆਂ ਦਾ ਲੀਡਰ ਰਿਹਾ, ਕਾਂਗਰਸੀਆਂ ਦਾ ਵੀ ਲੀਡਰ ਰਿਹਾ। ਉਹਨੇ ਇੱਕ ਕੰਸਪੀਰੇਸੀ ਬਣਾਈ, ਉਹਨੂੰ ਕਹਿ ਦਿੱਤਾ ਵੀ ਤੁਹਾਡਾ ਭਰਾ ਜਿਹੜਾ ਸੀਗਾ ਪੋਸਟ ਮਾਸਟਰ ਮੋਗੇ, ਉਹ ਜ਼ਖਮੀ ਹੋ ਗਿਆ। ਉਹਨੂੰ ਖੰਨੇ ਦੀ ਕਾਰ 'ਚ ਭੇਜ ਦਿੱਤਾ, ਆਪਣੀ ਕਾਰ 'ਚ ਭੇਜ ਦਿੱਤਾ। ਉਹ ਕਾਰ ਦੇ ਵਿੱਚ ਇੱਕ ਮੁੰਡਾ ਸੀਗਾ ਜਿਹੜਾ ਡਰਾਈਵਰ ਸੀ, ਵਿਲੀਅਮ, ਉਹ ਕ੍ਰਿਸਚਨ ਬਣਿਆ ਹੋਇਆ ਸੀ, ਵਾਲਮੀਕੀ ਸੀ ਵੈਸੇ। ਉਹਨੇ ਉਹ ਦੋਏ ਬੰਦੇ ਵੱਢ ਦਿੱਤੇ ਮੋਗਾ ਰੋਡ 'ਤੇ। ਉੱਥੋਂ ਫਿਰ ਸਾਡੇ ਫਸਾਦ ਸ਼ੁਰੂ ਹੋਏ। ਫਿਰ ਖੰਨੇ ਸਾਡੇ ਮਤਬੰਨਾ ਹੁੰਦਾ ਸੀ, ਮਤਲਬ ਦਾ ਫਾਦਰ ਜਿਹੜਾ ਸੀਗਾ ਉਹ ਹਿੰਦੂ ਸੀ ਅਤੇ ਉਹਦੀ ਮਾਂ ਮੁਸਲਿਮ ਸੀਗੀ, ਉਹਦੀ ਜੰਮਿਆ ਹੋਏ ਉਹਨੂੰ ਮਤਬੰਨਾ ਕਹਿੰਦੇ, ਇਬਰਾਹਿਮ ਸੀ ਉਹਦਾ ਨਾਮ। ਫਿਰ ਸਾਡੇ ਆਪਣੇ ਸ਼ੁਰੂ ਹੋਏ, ਔਰ ਉਹਦੇ ਵਿੱਚ ਫਿਰ ਵੱਡ ਵਡਾਈ ਜਿਹੜੀ ਹੈਗੀ। ਸਾਡੇ ਘਰ ਮੁਸਲਮਾਨ ਅਸੀਂ ਲਿਆਏ ਵੀ, ਮੇਰੇ ਯਾਦ ਹੈ ਹੁਣ ਤੱਕ। ਹਸਨਾ ਨੂੰ ਭੇਜਿਆ ਉੱਥੇ, ਮੁੜ ਕੇ ਪਾਕਿਸਤਾਨ ਭੇਜਿਆ। ਜਿਹੜੀ ਪਹਿਲੀ ਕਹਾਣੀ ਹੈ ਨਾ, ਉਹ ਇਹ ਹੈ ਵੀ ਸਾਡੇ ਖੰਨੇ ਤੋਂ ਜੱਥਾ ਗਿਆ ਗੁਰੂ ਨਾਨਕ ਬਰਥਡੇ 'ਤੇ, ਤਾਂ ਉੱਥੇ ਜਿਹੜਾ ਆਪਣੇ ਸੁਪਰਡੈਂਟ ਪੁਲਿਸ ਸੀਗਾ, ਉਹਦਾ ਹਸਨ ਦਾ ਬ੍ਰਦਰ, ਆਪਣੇ ਹਸਨਾ ਦਾ ਲੜਕਾ ਸੀ। ਤਾਂ ਖੰਨੇ ਪੁੱਛੀ ਜਾਵੇ ਵੀ ਖੰਨੇ ਤੋਂ ਕੋਈ ਬੰਦਾ ਆਇਆ, ਖੰਨੇ ਤੋਂ ਕੋਈ ਬੰਦਾ ਆਇਆ। ਜਦੋਂ ਉਹਨੂੰ ਪਤਾ ਲੱਗਿਆ ਵੀ ਖੰਨੇ ਤੋਂ ਆਇਆ, ਤਾਂ ਉਹਨੇ ਨੈਚੁਰਲੀ ਆਪਣੇ ਘਰ ਲੈ ਗਿਆ। ਉਹ ਘਰ ਜਾ ਕੇ ਉਸੇ ਤਰ੍ਹਾਂ ਮਾਂ ਉਹਦੀ ਪੀੜ੍ਹੀ 'ਤੇ ਬੈਠੀ ਦਿਖਾਈ ਹੈ ਮੈਂ, ਹਸਨਾ, ਉਹ ਬੁੜੀ ਹੋ ਜਾਂਦੀ ਹੈ ਉਸ ਵੇਲੇ। ਉਹਨੂੰ ਫਿਰ ਪਤਾ ਲੱਗਦਾ ਹੈ, ਉਹ ਜਦੋਂ ਪਰਿਵਾਰ ਬਾਰੇ ਪੁੱਛਦੇ, ਉਹ ਕਹਿਣ ਲੱਗਿਆ ਵੀ ਸਭ ਤੋਂ ਛੋਟਾ ਤਾਂ ਪ੍ਰਿੰਸੀਪਲ ਹੈ, ਉਸ ਤੋਂ ਵੱਡਾ ਜਿਹੜਾ ਭਾਰਤ ਸੀ ਉਹ ਕਾਂਗਰਸ ਲੀਡਰ ਹੈ। ਉਹਨੇ ਕਿਹਾ, ਕਹਿੰਦੀ ਭੀਸ਼ਮ, ਉਹ ਕਹਿੰਦੀ ਭੀਸ਼ਮ ਚੁੱਪ ਕਰ ਗਿਆ। ਉਹਨੇ ਜਦ ਦੇਖਿਆ ਵੀ, ਉਹਨੇ ਕਹਿੰਦੇ ਭੀਸ਼ਮ ਅੱਤਵਾਦੀਆਂ ਨੇ ਮਾਰਤਾ।
ਉਹ ਪੀੜੀ ਚੱਕ ਕੇ ਬਾਹਰ ਆ ਕੇ ਰੋਣ ਲੱਗ ਜਾਂਦੀ ਹੈ। ਉਹਦੇ ਮਹੱਲੇ ਦੇ ਲੋਕ ਇਕੱਠੇ ਹੁੰਦੇ ਨੇ, ਤਾਂ ਉੱਥੇ ਉਹ ਕਹਿੰਦੀ ਹੈ ਵੀ ਇਹ ਰੱਬ ਤਾਂ ਇੱਕ ਹੈ, ਇਹ ਵੰਡੀਆਂ ਕਿਉਂ ਪਾਈਆਂ ਹੋਈਆਂ ਨੇ। ਉਹ ਪਹਿਲੀ ਕਹਾਣੀ ਹੈ। ਹੋਰ ਕੀ ਮਤਲਬ ਉਸ ਦੌਰ ਦੇ ਅੰਦਰ ਤੁਸੀਂ ਕੁਝ ਛੱਡ ਕੇ ਵੀ ਆਏ ਲੋਕਾਂ ਨੂੰ, ਜਾਂ ਜਿਹੜੇ ਆਏ ਤੁਸੀਂ ਸੁਣਾ ਰਹੇ ਸੀ ਕਿ ਪੈਸੇ ਲੈ ਕੇ ਗਏ, ਪੈਸੇ ਲੈ ਗਏ ਆ ਕੇ ਡਾਕਖਾਨੇ 'ਚ? ਹਾਂ, ਸਾਡੇ ਬਾਬਰ ਖਾਨ ਸਾਡੇ ਘਰ ਰਹੇ, ਉਹ 15 ਦਿਨ ਸਾਡੇ ਘਰ ਰਹੇ, ਔਰ ਮੇਰੀ ਭਰਜਾਈ ਨੇ ਰੋਟੀ ਪਾਣੀ ਦੇਣਾ। ਮੇਰੇ ਯਾਦ ਹੈ ਹੁਣ ਤੱਕ, ਮੈਂ ਰੋਟੀ ਖਵਾ ਰਿਹਾ ਸੀ ਉਹਨਾਂ ਨੂੰ, ਤਾਂ ਮੈਂ ਰੋਟੀ ਐ ਸਿੱਟਤੀ, ਪੇ ਅਟੈਂਸ਼ਨ ਟੂਵਰਡਸ ਮੀ, ਇਸ ਤਰ੍ਹਾਂ ਸਿੱਟਤੀ ਮੈਂ। ਤਾਂ ਮੇਰਾ ਬ੍ਰਦਰ ਨੇ ਇਹ ਸਮਝਿਆ ਵੀ ਇਹਨੇ ਐ ਕਿ ਵੀ ਮੁਸਲਮਾਨ ਨੂੰ ਰੋਟੀ ਦਿੱਤੀ ਹੈ। ਉਹਨੇ ਨਾਲ ਦੀ ਨਾਲ ਮੈਨੂੰ ਚਪੇੜ ਮਾਰੀ, ਮੈਂ ਕਿਹਾ ਇਹ ਕੀ ਕਰਦਾ। ਤਾਂ ਮੈਂ ਕਿਹਾ ਮੈਂ ਤਾਂ ਰੋਟੀ ਰੱਖੀ ਹੈ। ਨਹੀਂ, ਕਹਿੰਦਾ ਰੋਟੀ ਐ ਰੱਖੀ ਦੀ ਹੁੰਦੀ ਹੈ। ਮਤਲਬ ਉਹ ਸਾਡੇ ਘਰ ਠਹਿਰੇ, ਤਾਂ ਮੇਰੀ ਭਰਜਾਈ ਨੇ ਲੁੱਕ ਆਫਟਰ ਕਰਨਾ, ਦੇਖਭਾਲ ਕਰਨੀ, ਚਾਹ ਪਾਣੀ ਦੇਣਾ। ਉਹਨਾਂ ਦਿਨ ਚਾਹ ਦਾ ਤਾਂ ਇੰਨਾ ਰਿਵਾਜ਼ ਹੁੰਦਾ, ਡੰਗਰ ਰੱਖੇ ਹੋਏ ਸੀ, ਲੱਸੀ ਪਾਣੀ ਦੇਣੀ। ਮਤਲਬ ਇਸ ਮਾਹੌਲ ਦੇ ਵਿੱਚ ਮੈਂ ਪੜ੍ਹਿਆ। ਕੱਲੋ ਮਾਜਰਾ ਦੀ ਜਿਹੜੀ ਤੁਸੀਂ ਕਹਿੰਦੇ ਹੋ ਘਟਨਾ, ਮੇਰੇ ਨਾਨਕੇ ਸੀ। ਕਾਲੋ ਮਾਜਰੇ ਮੇਰੇ ਨਾਨਕੇ ਸੀ। ਉੱਥੇ ਜਿਹੜੇ ਸਾਡੇ ਕੋਲ ਜ਼ਮੀਨ ਸੀ, ਮੇਰੀ ਮਾਂ ਦੇ ਨਾਂ ਮੇਰੀ ਨਾਨੀ ਨੇ ਕਰਾਈ ਸੀ, ਮੇਰੇ ਕੋਈ ਮਾਮਾ ਨਹੀਂ ਸੀ। ਉਹ ਜਿਹੜੇ ਮੁਜ਼ਾਰੇ ਸੀ ਉਹ ਮੁਸਲਮਾਨ ਸੀ। ਉਹ ਫਿਰ ਜਿਹੜੇ ਸੀਗੇ, ਜਦੋਂ ਸਾਡਾ ਮੁਕੱਦਮਾ ਚੱਲਿਆ ਤਾਂ ਉਹਨਾਂ ਨੇ ਸ਼ਰੀਕਾਂ ਨੇ ਮੁਕੱਦਮਾ ਕਰਤਾ ਵੀ ਇਹ ਤਾਂ ਕਾਕਾ ਰਾਮ ਦੀ ਕੁੜੀ ਵੀ ਨਹੀਂ ਹੈ, ਕਿਉਂਕਿ ਮੇਰੇ ਜਿਹੜੀ ਮਦਰ ਸੀ ਉਹ ਅਡੋਪਟਡ ਸੀ, ਮਸ਼ਿੰਗਣ ਦਾ ਜੈਲਦਾਰ ਉਹਨਾਂ ਦੇ ਨਾਨਾ ਜੀ ਸੀ, ਉੱਥੇ ਵਿਆਹ ਹੋਇਆ ਸੀ ਉਹਨਾਂ ਨੂੰ। ਮਸ਼ਿੰਗਣ ਵਿਆਹ ਹੋਇਆ ਵੀ, ਤਾਂ ਮਸ਼ਿੰਗਣ ਨੇ ਵਿਆਹੀ ਕਿ ਉੱਥੇ। ਖੈਰ ਅਲਟੀਮੇਟਲੀ ਉਹ ਮੁਸਲਮਾਨਾਂ ਨੇ ਸਾਡੀ ਮਦਦ ਕੀਤੀ, ਉਹ ਜ਼ਮੀਨ ਦਾ ਟੁਕੜਾ ਸਾਨੂੰ ਮਿਲ ਗਿਆ। ਮੈਂ ਉੱਥੇ ਪੜ੍ਹਿਆ, ਉਹ ਕਾਲੋ ਮਾਜਰਾ ਪਿੰਡ ਸੀ। ਕੀ ਕੁਛ ਤੁਸੀਂ ਹੋਰ ਦੇਖਿਆ ਉਸ ਦੌਰ ਦੇ ਅੰਦਰ? ਕਿਉਂ ਐ ਹੋ ਗਿਆ ਕਿ ਸਿੱਖ ਮੁਸਲਮਾਨ ਹਿੰਦੂ ਇਕੱਠੇ ਰਹਿੰਦੇ ਰਹਿੰਦੇ ਭਰਾਵਾਂ ਵਰਗਾ ਪਿਆਰ ਸੀਗਾ, ਇੱਕ ਦੂਜੇ ਦੇ ਦੁਸ਼ਮਣ ਹੋ ਗਏ? ਦੇਖੋ, ਇਹ ਤਾਂ ਇੱਕ ਹਿਸਟੋਰੀਕਲ ਫੈਕਟ ਹੈ, ਕਿਉਂਕਿ ਗੱਲ ਇਹ ਵੀ ਮੈਜੋਰੀਟੇਰੀਅਨਿਜ਼ਮ ਜਦ ਆ ਜਾਵੇ ਨਾ ਦਿਮਾਗ ਦੇ ਵਿੱਚ, ਫਿਰ ਉਹ ਆਦਮੀ ਦੇ ਅੰਦਰ ਤੋਂ ਆਦਮੀਅਤ ਖਤਮ ਹੋ ਜਾਂਦੀ ਹੈ ਅਤੇ ਜਾਨਵਰ ਜਾਗ ਪੈਂਦਾ। ਸੋ ਉੱਥੇ ਜਾਨਵਰ ਜਾਗ ਪਿਆ ਸੀ। ਉਹਦੀ ਕੋਈ ਐਪਰੈਂਟ ਰੀਜ਼ਨ ਮੈਂ ਨਾ ਤਾਂ ਉਸ ਵੇਲੇ ਸਮਝ ਸਕਿਆ, ਨਾ ਮੈਂ ਹੁਣ ਸਮਝ ਸਕਿਆ। ਜਿਹੜਾ ਇਹ ਸ਼ਬਦ ਵਰਤੇ ਜਾਂਦੇ ਸੱਭਿਅਕ ਸਮਾਜ, ਇਹ ਕੁਛ ਹੁੰਦਾ ਜਾਂ ਬਸ ਸ਼ਬਦ ਹੀ ਹੈਗਾ? ਸੱਭਿਅਕ ਫਿਰ ਬੰਦਾ ਕੀ ਹੁੰਦਾ ਹੈਗਾ? ਜੇ ਮੈਂ ਤਾਂ ਸਮਝਦਾ ਕਿ ਆਦਮੀ ਦਰਅਸਲ ਗੱਲ ਇਹ ਹੈ ਵੀ ਕਿਉਂਕਿ ਆਈਡੀਓਲੋਜੀਕਲੀ ਕਲੀਅਰ ਨਹੀਂ ਹੁੰਦਾ, ਉਹ ਉੱਪਰ ਤੋਂ ਉਹਦਾ ਰੂਪ ਹੋਰ ਹੁੰਦਾ, ਅੰਦਰ ਤੋਂ ਰੂਪ ਹੋਰ ਹੁੰਦਾ। ਫਿਰ ਜਿਹੜਾ ਮਜ਼ਹਬ ਹੈ ਨਾ, ਉਹਨੂੰ ਇੰਨਾ ਸੰਕੀਰਨ ਬਣਾ ਦਿੰਦਾ ਵੀ ਹੀ ਬਿਕਮਸ ਨੈਰੋ ਮਾਈਂਡਡ। ਕੋਈ ਇਹੋ ਜਿਹਾ ਮੌਕਾ ਆਉਂਦਾ, ਉਹ ਫੌਰਨ ਵੀ ਹਿੰਦੂ ਇੱਕ ਮੁਸਲਮਾਨ ਹੈ, ਹਿੰਦੂ ਇੱਕ ਮੁਸਲਮਾਨ ਹੈ, ਹਿੰਦੂ ਇੱਕ ਸਿੱਖ ਹੈ। ਕੋਈ ਪੰਜਾਬ ਨੇ ਪਰ ਧਰਮ ਦੇ ਨਾਂ ਤੇ ਨਹੀਂ ਹੁੰਦਾ, ਇਹ ਤਾਂ ਹੋਰਾਂ ਨਾਵਾਂ ਤੇ ਵੀ ਹੁੰਦਾ ਦੁਨੀਆ 'ਚ। ਕਿਵੇਂ? ਜਿਵੇਂ ਜਿਹੜੇ ਆਈਡੀਓਲੋਜੀਕਲ ਕਲੀਅਰ ਹੁੰਦੇ ਨੇ ਉਹਨਾਂ ਨੇ ਵੀ ਕਤਲੇਆਮ ਕੀਤੇ ਹੈਗੇ। ਨੋ, ਜਿਹੜੇ ਆਈਡੀਓਲੋਜੀਕਲ ਕਲੀਅਰ ਸੀ ਉਹ ਤਾਂ ਮਰੇ ਨੇ, ਉਹਨਾਂ ਨੇ ਮਾਰੇ ਨਹੀਂ ਹਨ। ਜਿਵੇਂ ਸਟਾਲਿਨ ਤੇ ਇਲਜ਼ਾਮ ਲੱਗਦਾ, ਉਹ ਗੱਲ ਇਹ ਹੈ ਆਈਡੀਓਲੋਜੀਕਲ ਕਲੀਅਰ ਸੀ ਸਟਾਲਿਨ ਦਾ। ਦੇਖੋ ਉਹ ਇੱਕ ਹੋਰ ਕੁਐਸਚਨ ਹੈ, ਦੈਟ ਇਜ਼ ਅ ਡਿਫਰੈਂਟ ਕੁਐਸਚਨ। ਉਹ ਆਈਡੀਓਲੋਜੀਕਲ ਕਲੀਅਰ ਸੀ ਲੇਕਿਨ ਫਸਿਆ ਹੋਇਆ ਸੀ ਉਹਦੇ 'ਚ, ਬਰੋਡ ਮਾਈਂਡਡ ਨਹੀਂ ਸੀ। ਸ਼ਾਇਦ ਤੁਹਾਨੂੰ ਪਤਾ ਨਹੀਂ, ਮੈਂ ਸਟਾਲਿਨ ਪੜ੍ਹਿਆ ਹੈ। ਸਟਾਲਿਨ ਆਪਣਾ ਜਿਹੜਾ ਇਲਾਜ ਸੀ ਉਹ ਡੰਗਰਾਂ ਦੇ ਡਾਕਟਰ ਤੋਂ ਕਰਾਉਂਦਾ ਹੁੰਦਾ ਸੀ, ਵੈਟਰਨਰੀ ਡਾਕਟਰ ਦਾ ਕੰਸਲਟੈਂਟ ਸੀ। ਮੇਰੇ ਕੋਲ ਇੱਕ ਬੰਦਾ ਇੰਟਲੈਕਚੁਅਲ ਸੀ ਉਰਦੂ ਦਾ, ਆਪਣੇ ਸਕੋਲਰ, ਉਹ 80s ਦੇ ਵਿੱਚ, ਆਪਣੇ 70s ਦੇ ਵਿੱਚ ਮੇਰੇ ਕੋਲ ਠਹਿਰਿਆ। ਮੈਂ ਸਰੰਦੀਗੇਟ ਰਹਿੰਦਾ ਸੀ। ਉਹਨੇ ਮੈਨੂੰ ਜਦ ਪ੍ਰੈਡਿਕਟ ਕਰਤਾ ਸੀ ਵੀ ਸੋਵੀਅਤ ਰੂਸ ਟੁੱਟੂਗਾ। ਅੱਜ ਸੋਵੀਅਤ ਜਿਹੜੀ ਟੁੱਟੀ ਹੈ ਉਹਦੀ ਵਜ੍ਹਾ ਵੀ ਤਾਂ ਇਹ ਹੈ ਨਾ, ਜਿਹੜੇ ਜ਼ੁਲਮ ਕੀਤੇ ਲੋਕਾਂ 'ਤੇ, ਜਿਹੜੀਆਂ ਫੈਮਿਲੀ ਅਸਲੀ ਫੈਮਿਲੀ ਸੀ ਉਹ ਰੈਲੀਗੇਟ ਹੋ ਗਈਆਂ। ਜਿਵੇਂ ਹੁਣ ਹੈ ਕਾਂਗਰਸ ਦੇ ਵਿੱਚ ਅਸਲੀ ਫੈਮਿਲੀ ਤਾਂ ਹੈ ਹੀ ਨਹੀਂ ਇੱਥੇ।
ਮੈਂ ਅਸਲ 'ਚ ਸਾਰੇ ਫਨੋਮਨੇ 'ਚੋਂ ਸਾਰੇ ਵਰਤਾਰੇ 'ਚੋਂ ਅੰਡਰਸਟੈਂਡ ਕਰਨਾ ਚਾਹੁੰਦਾ ਕਿ ਬੰਦਾ ਕੀ ਹੁੰਦਾ ਹੈਗਾ, ਕੀ ਆਈਡੀਓਲੋਜੀ ਹੁੰਦਾ, ਕਿ ਦੇਖੋ ਰਿਲੀਜਨ ਹੁੰਦਾ, ਆਮ ਨਾਟ ਕੀ ਰਿਲੀਜਨ ਹੁੰਦਾ, ਕੀ ਆਮ ਨਾਟ ਏ ਫਿਲਾਸਫਰ। ਇਹ ਤਾਂ ਫਿਲਾਸਫੀ ਦੀ ਸੋਸ਼ੋਲੋਜੀ ਦੀ ਗੱਲ ਹੈ ਤੇ ਇਹਦੇ ਪਰ ਤਾਂ ਡਿਫਰੈਂਟ ਵਿਊਜ਼ ਨੇ। ਮੈਂ ਇਹ ਸਮਝਦਾ ਕਿ ਜਿਹੜਾ ਬੰਦਾ ਇੱਕ ਚੰਗੇ ਮਾਹੌਲ 'ਚ ਪਲਦਾ ਹੈ ਉਹਦਾ ਦਿਮਾਗ ਨਹੀਂ ਕਦੇ ਫਿਰਦਾ। ਅਸੀਂ ਕੋਈ ਜਿਹੜੀ ਸੋਵੀਅਤ ਯੂਨੀਅਨ ਦੇ ਵਿੱਚ ਲੋਕਾਂ ਨੂੰ ਮਾਰਿਆ ਗਿਆ ਉਹਨੂੰ ਮੈਂ ਤਾਂ ਕਮ ਸੇ ਕਮ ਇੰਡੋਰਸ ਨਹੀਂ ਕਰਦਾ ਕਿ ਬਹੁਤ ਚੰਗੀ ਗੱਲ ਹੋਈ, ਬਹੁਤ ਮਾੜੀ ਗੱਲ ਹੋਈ। ਕਿਉਂਕਿ ਮਾਰਨਾ ਇਟਸੈਲਫ ਜਿਹੜੀ ਹੈ ਇਹ ਆਪਣੇ ਜਿਹੜੀ ਜਿਹੜੀ ਗੱਲ ਕੁਦਰਤ ਦੇ ਹੱਥ ਹੈਗੀ ਉਹ ਤੁਸੀਂ ਆਪ ਚੀਜ਼ ਦੇ ਨਹੀਂ ਸਕਦੇ ਤੁਸੀਂ ਲੈ ਕਿਵੇਂ ਸਕਦੇ ਹੋ। ਕੀ ਬਾਤ ਹੈ, ਸਹੀ ਗੱਲ ਹੈ। ਸੋ ਅਗਰ ਕਮਿਊਨਿਸਟ ਇਸ ਪਾਸੇ ਤੋਂ ਤਿੜਕਦੇ ਨੇ ਦੈਟ ਇਜ਼ ਆਲਸੋ ਰੋਂਗ। ਇਹ ਕੋਈ ਇਹ ਨਹੀਂ ਵੀ ਉਹਨਾਂ ਕੋਲ ਲਾਇਸੈਂਸ ਹੈ ਵੀ ਜੀ ਉਹ ਮਾਰ ਸਕਦੇ ਨੇ ਬਾਕੀ ਨਹੀਂ ਮਾਰ ਸਕਦੇ। ਨੋ, ਦਿਸ ਇਜ਼ ਨਾਟ ਦ ਥਿੰਗ। ਔਰ ਹਿਸਟੋਰੀਕਲੀ ਦੈਨ ਦੇ ਸਫਰ। ਕਿ ਇਹੋ ਜਿਹਾ ਫਿਰ ਤੁਸੀਂ ਤਾਂ, ਮੈਂ ਕਿਹਾ ਉਹ ਤਾਂ ਆਪਣੀ ਅੱਖਾਂ ਮੂਹਰੇ ਦੇਖ ਰਹੇ ਸੀ ਨਾ ਵੰਡ ਨੂੰ ਨਾ, ਹਾਂ, ਜਨੂਨ ਚੜ ਗਿਆ ਸੀ, ਕੀ ਕਾਹਦਾ ਰੰਗ ਚੜ ਗਿਆ ਸੀ ਇਹੋ ਜਿਹਾ ਵੀ? ਜਨੂਨ ਦੀਆਂ ਤਾਕਤਾਂ ਅੱਜ ਵੀ ਮੌਜੂਦ ਨੇ। ਉੱਥੇ ਆਪਣੇ ਜਿਹੜੀ ਜਗ੍ਹਾ ਇੰਦੌਰ ਚੂੜੀਗਰ ਕੁੱਟਿਆ, ਸਾਡੇ ਚੂੜੀਗਰ ਵੱਢਿਆ ਸੀ। ਅਬਦੁਲ ਰਹਿਮਾਨ ਵਿੱਚ ਕਹਾਣੀ ਹੈ। ਅਬਦੁਲ ਰਹਿਮਾਨ ਸਾਡੇ ਮਹੱਲੇ 'ਚ ਰਹਿੰਦਾ ਸੀ। ਉਹਨੂੰ ਪਹਿਲਾਂ ਉਹਦੀ ਫੈਮਿਲੀ ਨੂੰ ਮੇਰੀ ਫੈਮਿਲੀ 'ਚ ਛੱਡ ਕੇ ਆਈ ਅਮਲੋ ਆਪਣੇ ਕੈਂਪ ਸੀ ਮੁਸਲਮਾਨਾਂ ਦਾ। ਉਹ ਵਿਚਾਰਾ ਆਪਣੇ ਪੈਸੇ ਇਕੱਠੇ ਕਰਨ ਆਇਆ, ਕਿਸੇ ਕੋਲ ਪੈਸੇ ਰੱਖੇ ਹੋਏ ਸੀ ਉਹਨੇ, ਉਹ ਵੱਢਤਾ। ਇਸ ਕਰਕੇ ਜਨੂਨ ਜਿਹੜਾ ਹੈ ਨਾ ਇਹ ਮਜ਼ਹਬ ਤੋਂ ਚੜ੍ਹਦਾ ਹੈ ਔਰ ਨਾਲ ਦੀ ਨਾਲ ਜਿਹੜੀ ਕੱਟੜਪਣਾ ਆਈਡੀਓਲੋਜੀ ਦਾ ਉਹ ਤੋਂ ਵੀ ਚੜ੍ਹਦਾ ਹੈ। ਉਹ ਅਸੀਂ ਉਹਨੂੰ ਇਹ ਨਾ ਨਹੀਂ ਕਹਿ ਸਕਦੇ, ਕੱਟੜਪਣੇ ਤੋਂ ਚੜ੍ਹਦਾ। ਮੈਂ ਇਸੇ ਕਰਕੇ ਅਸਲ ਤੁਹਾਡੀ ਗੱਲ ਜਿਹੜੀ ਤੁਸੀਂ ਇਸ ਕਰਕੇ ਆਈਡੀਓਲੋਜੀਕਲੀ ਕਲੀਅਰ ਬੰਦਾ ਕਤਲੇਆਮ ਨਹੀਂ ਕਰੂਗਾ, ਐਂ ਤਾਂ ਨਹੀਂ ਹੈ ਨਾ, ਉਹ ਵੀ ਕਰ ਦੂਗਾ? ਨਹੀਂ, ਬਿਲਕੁਲ ਨਹੀਂ ਕਰੂਗਾ। ਹੀ ਵਿਲ ਅਪੋਜ਼ ਇਟ। ਸਟਾਲਿਨ ਨੂੰ ਆਈਡੀਓਲੋਜੀਕਲ ਕਲੈਰਿਟੀ ਨਹੀਂ ਸੀ। ਗੱਲ ਸੁਣੋ, ਮੇਰੇ ਭਰਾ ਦਾ ਆਪਣੇ ਕਤਲ ਹੋਇਆ ਖੰਨੇ, ਜਦ ਸ਼ੋਕ ਸਭਾ ਹੋਈ ਤਾਂ ਹਿੰਦੂਆਂ ਨਾਲੋਂ ਸਿੱਖ ਜ਼ਿਆਦਾ ਸੀ। ਮੇਰੇ ਅੱਜ ਤੱਕ ਯਾਦ ਹੈ, ਮੈਂ ਕੱਲ੍ਹ ਦੋਸਤ ਨੂੰ ਦੱਸ ਰਿਹਾ ਸੀ, ਸਰਦਾਰ ਬੇਅੰਤ ਸਿੰਘ ਸਾਡੇ ਫੈਮਿਲੀ ਫਰੈਂਡ ਸੀ। ਉਹਦੀ ਅੱਖਾਂ ਲਾਲ ਰਹਿੰਦੀਆਂ ਸੀ। ਬੇਅੰਤ ਸਿੰਘ ਦੀਆਂ ਕਦੇ ਅੱਖਾਂ ਦੇਖੋ ਲਾਲ ਉਹਦੀਆਂ ਅੱਖਾਂ ਸੀ, ਲੇਕਿਨ ਉਦੋਂ ਰੋ ਰਹੇ ਸੀ। ਜਦੋਂ ਮੈਂ ਆਪਣੇ ਭਰਾ ਨੂੰ ਨਲਾਉਣ ਉਹਦੀ ਬੋਡੀ ਮੈਂ ਸਾਂਭੀ ਹੈ ਨਾ, ਕਾਂਗੜ ਭਰਤ ਦਾ ਦਿਲ ਬਹੁਤ ਘੱਟ ਸੀ। ਮੈਂ ਨਲਾਇਆ ਆਪਣੇ ਵੀਰ ਜੀ ਨੂੰ। ਉਹ ਮੈਨੂੰ ਕਹਿਣ ਲੱਗਿਆ, ਛੋਟਿਆ ਜਿੱਦਣ ਕਿਤੇ ਮੇਰੇ ਕੋਲ ਤਾਕਤ ਆਈ ਮੈਂ ਸਾਰਿਆਂ ਨੂੰ ਪੀ ਕੇ ਤਰ ਦੂੰਗਾ। ਅੱਜ ਤੱਕ ਮੇਰੇ ਯਾਦ ਨਹੀਂ। ਇਸ ਕਰਕੇ ਆਈਡੀਓਲੋਜੀਕਲ ਕਲੀਅਰ ਆਦਮੀ ਕਦੇ ਵੀ ਮਾਸੂਮ ਨੂੰ ਨਹੀਂ ਮਾਰਦਾ। ਜੋ ਮਾਰਦਾ ਫਿਰ ਆਈਡੀਓਲੋਜੀਕਲ ਕਲੀਅਰ ਨਹੀਂ ਹੈ। ਦੋਏ ਪਾਸੇ ਨੇ ਨਾ। ਜੇ ਉਹ ਮਾਰਦਾ ਫਿਰ ਉਹ ਹੀ ਇਜ਼ ਨਾਟ ਆਈਡੀਓਲੋਜੀਕਲ ਕਲੀਅਰ, ਫਿਰ ਤਾਂ ਐਵੇਂ ਚੋਗਾ ਪਾਇਆ ਹੋਇਆ ਕਲੈਰਿਟੀ ਦਾ। ਕੀ ਲੱਗਦਾ ਇਹਨੂੰ ਰੋਕਿਆ ਜਾ ਸਕਦਾ ਸੀ ਉਸ ਦੌਰ 'ਚ? ਤੁਸੀਂ ਦੇਖ ਰਹੇ ਸੀ ਏਡੇ ਏਡੇ ਲੀਡਰ ਸੀ, ਕਿਤੇ ਨਾ ਕਿਤੇ ਗਾਂਧੀ ਬਾਰੇ ਵੀ ਸਵਾਲ ਉੱਠਦੇ ਨੇ ਵੰਡ ਨੂੰ ਲੈ ਕੇ ਕਿ ਜੇ ਕਿਤੇ। ਮੈਂ ਤਾਂ ਗਾਂਧੀ ਦਾ ਵੀ ਦੇਖਿਆ, ਜਿੱਦਣ ਗਾਂਧੀ ਮਾਰਿਆ ਸਾਡਾ ਸ਼ਹਿਰ ਸਾਰਾ ਬੰਦ ਹੋ ਗਿਆ। ਲੋਕ ਬਾਹਰ, ਕਦੇ ਖੰਨੇ ਗਏ ਤੁਸੀਂ? ਇੱਥੇ ਵੂਮਨ ਕਾਲਜ ਹੈ ਨਾ, AS ਕਾਲਜ ਫॉर ਵੂਮਨ, ਇੱਥੇ ਟਿੱਬੇ ਹੁੰਦੇ ਸੀ। ਇੱਥੇ ਟਿੱਬਿਆਂ 'ਤੇ ਲੋਕ ਬੈਠੇ ਸੀ। 5:30 ਵਜੇ ਸਾਡੇ ਮਹੱਲੇ ਦੇ ਵਿੱਚ 2 ਰੇਡੀਓ ਸੈੱਟ ਸੀ। ਇੱਕ ਹੰਸਰਾਜ ਲੋਟੀ ਦੇ ਘਰ, ਇੱਕ ਦਰਬਾਰੀ ਲਾਲ ਲੋਟੀ ਦੇ ਘਰ। ਉੱਥੇ ਲੋਕ ਜਦ ਸੁਣੀ ਨਾ ਉਹਦੀ ਆਪਣੇ ਮਹਾਤਮਾ ਗਾਂਧੀ ਦੀ ਅਸੈਸੀਨੇਸ਼ਨ, ਲੋਕਾਂ ਨੇ ਡੰਡੇ ਲਏ ਚੱਕ, ਜਿੱਥੇ ਜਿੱਥੇ ਸ਼ਾਖਾ ਲੱਗੀਆਂ ਉੱਥੇ ਕੁੱਟੇ ਜਾ ਕੇ, ਧੁਆਜ ਪਾੜ ਤੇ। ਇੰਨਾ ਰੋਹ ਸੀ ਲੋਕਾਂ ਦੇ ਵਿੱਚ। ਲੇਕਿਨ ਹੌਲੀ ਹੁਣ ਉਹਦੀਆਂ ਐਨਕਾਂ ਰੱਖੀਆਂ ਹੋਈਆਂ ਗਰੀਬ ਦੀਆਂ। ਹੁਣ ਮੈਂ ਕੱਲ੍ਹ ਸੁਣ ਰਿਹਾ ਸੀ ਰੇਡੀਓ 'ਤੇ ਆਇਆ
जब उनकी वफात हुई, वो वफात तो हुई हो नहीं गांधी दी, वो तो मारिया गया है। कौन कहना भी वो वफात हुई? वो तो मारिया गया है। ही हैज़ बीन असैसिनेटेड। ਕਿਹੜੀਆਂ ਇਹੀਆਂ ਕਹਾਣੀਆਂ ਨੇ ਜਿਹੜੀਆਂ ਅੱਜ ਵੀ, ਜੋ ਤੁਸੀਂ ਵੈਸੇ ਬੰਦੇ ਦੀ ਜ਼ਿੰਦਗੀ 'ਚ ਕਹਿੰਦੇ ਨੇ ਕੁਝ ਗੱਲਾਂ ਹੀ ਹੋਈਆਂ ਜਿਹੜੀਆਂ ਭੁੱਲਦੀਆਂ ਹੀ ਨਹੀਂ ਗਈਆਂ, ਵੰਡ ਦੀਆਂ ਹੀ ਜਾਂ ਕਿਹੜੀਆਂ? ਆਹ ਕਹਾਣੀਆਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਅਨੇਕਾਂ ਕਹਾਣੀ। ਮੇਰੀ ਵਾਈਫ ਜਿਹੜੀ ਸੀ, ਮੇਰੇ ਫਾਦਰ ਇਨ ਲਾ ਗੁਜਰਾਂਵਾਲੇ ਹੈਡਮਾਸਟਰ ਸੀ, ਗੁਜਰਾਂਵਾਲੇ ਦੇ ਕੋਲ ਪਿੰਡੀ ਪੱਟੀਆਂ। ਅੱਛਾ। ਉਹ ਤਾਂ ਮੇਰੀ ਵਾਈਫ ਉੱਧਰੋਂ ਆਈ ਸੀ। ਦੇ ਬਿਲੋਂਗ ਟੂ ਬੜੈਲ ਨੀਅਰ ਚੰਡੀਗੜ੍ਹ। ਲੇਕਿਨ ਬਾਊ ਜੀ ਨੂੰ ਨੌਕਰੀ ਉੱਥੇ ਮਿਲ ਗਈ ਸੀ। ਬਾਊ ਜੀ SAV ਸੀ, ਸੀਨੀਅਰ ਵਰਨੈਕੂਲਰ ਟੀਚਰ, ਇੰਗਲਿਸ਼ ਟੀਚਰ। ਉੱਥੇ ਨੌਕਰੀ ਮਿਲ ਗਈ, ਉੱਥੇ ਹੈਡਮਾਸਟਰ ਸੀ ਉਹ। ਉੱਥੇ ਤੋਂ ਆਏ, ਕੁਛ ਉਹਨਾਂ ਨੇ ਸੁਣਾਈਆਂ ਮੈਨੂੰ ਗੱਲਾਂ, ਮੇਰੀ ਵਾਈਫ ਨੇ, ਕੁਛ ਮੈਂ ਆਪ ਦੇਖੀ। ਉਹਨਾਂ ਨੇ ਜਦੋਂ ਆਏ ਨੇ, ਉਹਨਾਂ ਨੂੰ ਮੁਸ਼ਕਲਾਂ ਦਾ ਇਹਦੇ ਸਾਹਮਣਾ ਵਿੱਚ ਕਰਨਾ। ਕਹਾਣੀ ਹੈ ਕੁੰਦਨ ਲਾਲ ਆਲੂ ਵਾਲੀ ਹੈ। ਕੀ ਕਹਾਣੀ ਸੀ? ਉਹ ਕਹਾਣੀ ਵੀ ਕਿਵੇਂ ਆਏ, ਮੈਂ ਉਹੀ ਪੁੱਛਣਾ ਚਾਹੁੰਦਾ, ਜੇ ਤੁਸੀਂ ਕਿਵੇਂ ਕੀ ਹੋਇਆ, ਮਤਲਬ ਜਦੋਂ ਆਏ ਉਹ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਉਹ ਪਿਆ? ਸਾਰਾ ਕੁਝ ਛੱਡਿਆ ਹੈ ਉੱਥੇ ਆਪਾਂ। ਬਲਕਿ ਮੇਰੀ ਵਾਈਫ ਵੀ ਦੱਸਦੀ ਹੁੰਦੀ ਸੀ ਵੀ ਬਾਊ ਜੀ ਨੇ ਲਿਖ ਦਿੱਤਾ ਗਰੀਬ ਮਾਸਟਰ ਦਾ ਸਾਮਾਨ ਟਰੰਕਾਂ ਦੇ ਉੱਤੇ, ਉੱਥੇ ਛੱਡ ਕੇ ਆ ਗਏ। ਇੱਥੇ ਪਟਿਆਲੇ ਉਹਨਾਂ ਦਾ ਘਰ ਸੀਗਾ, ਇੱਥੇ ਆ ਕੇ ਰਹਿਣ ਲੱਗ ਗਏ। ਮਤਲਬ ਜਿਹੜਾ ਹੈ ਨਾ, ਉੱਧਰੋਂ ਵੀ ਜਿਹੜੇ ਲੋਕ ਆਰਡੀਨਰੀ ਪੀਪਲ ਆਏ, ਉਹਨਾਂ ਦਾ ਹਾਲ ਮਾੜਾ ਸੀ। ਕਿਸੇ ਦੀਆਂ ਪੜ੍ਹਾਈਆਂ ਛੁੱਟ ਗਈਆਂ, ਕਿਸੇ ਦੇ। ਹੁਣ ਮੇਰੀ ਵਾਈਫ ਪੜ੍ਹ ਨਹੀਂ ਸਕੀ ਜੀ, ਸ਼ੀ ਵਾਜ਼ ਵੈਰੀ ਇੰਟੈਲੀਜੈਂਟ। ਉਹਨੇ ਵਿਚਾਰੀ ਨੇ ਪ੍ਰਭਾਕਰ ਕਰਿਆ, ਫਿਰ ਨਾਲ ਆਪਣੀ ਟ੍ਰੇਨਿੰਗ ਕਰ ਲਈ। ਮੇਰਾ ਜਿਹੜਾ ਬੜਾ ਮੇਰਾ ਸਾਲਾ ਸੀਗਾ, ਉਹ ਹੀ ਵਾਜ਼ MA ਇਨ ਮੈਥਮੈਟਿਕਸ, ਡਾਕਟਰੇਟ ਸੀਗਾ, ਅਮਰੀਕਾ ਤੋਂ ਕਰਕੇ ਆਇਆ। ਸੋ ਇਸ ਤਰ੍ਹਾਂ ਤੁਸੀਂ ਕਿਹਾ ਬਹੁਤ ਸਾਰੇ ਇਹੋ ਜਿਹੇ ਕਤਲ ਹੋਏ ਜਿਹੜੇ ਕਦੇ ਰਿਕਾਰਡ 'ਤੇ ਨਹੀਂ ਆਏ ਹੋਣੇ, ਪਿੰਡਾਂ ਦੇ ਪਿੰਡ ਸਾੜਤੇ। ਉਹਨੂੰ ਮੈਂ ਅਰਜ਼ ਕੀਤੀ ਹੈ ਕਿ ਜਿਹੜੇ ਪਿੰਡਾਂ ਦੇ ਪਿੰਡ ਸਾੜੇ ਨੇ, ਉਹਨਾਂ ਦਾ ਕੋਈ ਰਿਕਾਰਡ ਹੀ ਨਹੀਂ ਹੈ। ਤੁਸੀਂ ਕਹਿ ਰਹੇ ਕਿ ਬਹੁਤ ਸਾਰੇ ਖੰਨੇ ਨੇੜੇ ਦੇ ਪਿੰਡ ਸੀਗੇ, ਜਾਂ ਹੋਰ ਪਿੰਡ ਵੀ ਦੇਖੇ ਤੁਸੀਂ? ਮੈਂ ਤਾਂ ਖੰਨੇ ਦੇ ਨੇੜੇ ਦੇ ਪਿੰਡ ਦੱਸਦਾ। ਕੀ ਹੋਇਆ ਸੀ ਉਦੋਂ, ਮੈਂ ਉਹੀ ਪੁੱਛ ਰਿਹਾ ਗਾ। ਫੂਕ ਤੇ ਸੀ। ਮੈਂ ਤੁਹਾਨੂੰ ਦੱਸਦਾ ਵੀ ਸਾਡਾ ਜਿਹੜਾ ਘਰ ਸੀਗਾ, ਸਭ ਤੋਂ ਟਾਲੈਸਟ ਘਰ ਸੀ ਸਾਡਾ, 3 ਮੰਜ਼ਿਲਾਂ ਸੀ। ਅਸੀਂ ਉੱਪਰ ਦੇ ਚਬਾਰੇ ਚਲੇ ਜਾਣਾ, ਉੱਪਰ ਦੀ ਛੱਤ 'ਤੇ ਆਲੇ ਦੁਆਲੇ ਦੇਖਣਾ ਵੀ ਅੰਬ ਹਾਉਣ ਨੂੰ ਲੱਗੀ ਹੋਈ ਹੈ, ਰਹਾਉਣ ਨੂੰ ਅੱਗ ਲੱਗੀ ਹੋਈ ਹੈ, ਇਹ ਨੌਲੜੀ ਨੂੰ ਅੱਗ ਲੱਗੀ ਹੋਈ ਹੈ, ਚੱਕ ਨੂੰ ਅੱਗ ਲੱਗੀ ਹੋਈ। ਆਲੇ ਦੁਆਲੇ ਪਿੰਡਾਂ ਦੇ ਵਿੱਚ ਸਲੌਦੀ ਦੇ ਫੁੱਕ ਰਹੇ ਨੇ, ਉਹ ਸਾਰਾ ਦਿਖਦਾ ਸੀ ਉੱਪਰ ਤੋਂ। ਇਸ ਕਰਕੇ ਇਹਨੂੰ ਕਿਤਾਬ ਨੂੰ ਪੜ੍ਹਿਓ, ਇਹ ਪੜ੍ਹ ਕੇ ਤੁਹਾਨੂੰ ਪਤਾ ਲੱਗੂਗਾ। ਅਦਰਵਾਈਜ਼ ਮੈਂ ਤਾਂ ਕਈ ਚੀਜ਼ਾਂ ਪਿੰਡਾਂ ਦਾ ਮੈਂ ਪੁੱਛਣਾ ਕਿ ਰਿਕਾਰਡ ਫਿਰ ਨਹੀਂ, ਕੋਈ ਰਿਕਾਰਡ ਹੀ ਨਹੀਂ ਹੈ। ਜਿਹੜਾ ਫੁੱਕ ਗਿਆ ਉਹਦਾ ਕੀ ਰਿਕਾਰਡ ਹੈ? ਇਸ ਕਿਤਾਬ ਦੇ ਵਿੱਚ ਮੈਂ ਲਿਖਿਆ ਕਿ ਉਹਨਾਂ ਦਾ ਕੋਈ ਰਿਕਾਰਡ ਹੀ ਨਹੀਂ ਹੈ। ਜਿਹੜੇ ਮਰ ਗਏ, ਉਹਨਾਂ ਦਾ ਕੋਈ ਰਿਕਾਰਡ ਨਹੀਂ। ਔਰ ਗਵਰਨਮੈਂਟ ਆਫ ਇੰਡੀਆ ਨੇ ਕੋਈ ਰਿਕਾਰਡ ਉਹਨਾਂ ਦਾ ਬਣਾਇਆ ਨਹੀਂ ਬਾਅਦ 'ਚ। ਯਾਨੀ ਜਿਹੜਾ ਕਿਹਾ ਜਾਂਦਾ 10 ਲੱਖ ਦੇ ਨੇੜੇ ਲੋਕ ਚਲੇ ਗਏ ਸਾਰੇ, ਇਦੋਂ ਵੀ ਜ਼ਿਆਦਾ ਹੋ ਸਕਦਾ। ਭਰਾ ਜੀ ਗਏ ਹੀ ਨਹੀਂ ਹਨ ਇੱਥੇ ਤੋਂ, ਤਾਂ ਇੱਥੇ ਮਾਰਤੇ, ਇੱਥੋਂ ਤਾਂ ਚੀਦਾ ਬੰਦੇ ਗਏ ਹੋਣੇ। 10 ਲੱਖ ਲੋਕ ਮਾਰੇ ਗਏ, ਜਿਹੜੇ ਕਿਹਾ ਜਾਂਦਾ ਨਾ ਐਡਾ ਵੱਡਾ ਕਤਲੇਆਮ ਸੀ। ਕਤਲੇਆਮ ਉਹ ਤਾਂ ਗਲਤ ਫਿਗਰ ਹੈ। ਕਤਲ ਜਿਹੜਾ ਹੈਗਾ ਇੱਧਰ ਮੈਨੂੰ ਇੱਧਰ ਦਾ ਪਤਾ, ਮੈਨੂੰ ਉੱਧਰ ਦਾ ਨਹੀਂ ਪਤਾ ਹੈ। ਇੱਧਰ ਦਾ ਮੈਨੂੰ ਪਤਾ, ਲੱਖਾਂ ਆਦਮੀ ਕਤਲ ਹੋਇਆ ਜਿਹੜਾ ਜਿਨ੍ਹਾਂ ਦੇ ਕਿਤੇ ਨਾਂ ਥੇ ਹੀ ਨਹੀਂ ਹੈ। ਪਿੱਛੇ ਜੇ ਕੁਝ ਮੀਟਿੰਗਾਂ ਹੋਣ ਲੱਗੀਆਂ ਕਿ ਪਛਤਾਤਾਪ ਕਰੋ ਇਸ ਗੱਲ ਦੇ ਲਈ, ਹੋ ਸਕਦਾ ਬੰਦਾ ਕੌਣ ਕਰੂਗਾ? ਮੋਦੀ ਜੀ ਕਰਨਗੇ ਪਛਤਾਪ? RSS ਕਰੂਗਾ ਪਛਤਾਪ? ਕੌਣ ਕਰੂਗਾ ਪਛਤਾਪ? ਕਿਉਂ RSS ਨਹੀਂ ਮਾਰੇ? ਹੋਰ ਕਿਹਨੇ ਮਾਰੇ? ਅਕਾਲੀਆਂ ਨੇ ਮਾਰੇ, RSS ਨੇ ਮਾਰੇ। RSS 45-44 'ਚ ਇਹ ਆਮ ਕਿਹਾ ਕਰ, मैं भी 2-4 बारी गए हैं शाखा च, कि मुसलमान हमारा सबसे नज़दीक का दुश्मन है। वो आज आइडियोलॉजी चल रही है।
ਸੋ ਜਨਾਬ ਇਹਨੂੰ ਕਾਲੀਆਂ ਨੇ ਮਾਰੇ, ਕੋਈ ਇਹਦੇ ਸਬੂਤ ਹੈਗੇ ਆ ਤੁਹਾਨੂੰ ਜਾਂ ਤੁਸੀਂ ਅੱਖੀ ਦੇਖਿਆ ਹੈਗਾ? ਮੈਂ ਅੱਖੀ ਦੇਖੇ ਮੈਂ ਸਬੂਤ ਹਾਂ। ਮੈਂ ਮਰ ਜੂਗਾ ਸਬੂਤ ਮਿਟ ਜੂਗਾ, ਪੁਲਿਸ ਵਾਲਾ ਸਬੂਤ ਕਿੱਥੋਂ ਲਿਆਈਏ? ਮੈਂ ਪਰਸਨ ਬੈਠਾ, ਮੈਂ ਸਬੂਤ ਹਾਂ ਇਸ ਗੱਲ ਦਾ। ਹੁਣ ਮੈਨੂੰ ਕਦੇ ਵੀ ਝੂਠ ਬੋਲਦਾ। ਮੁਸਲਮਾਨਾਂ ਨੇ ਵੀ ਫਿਰ ਉਧਰਲੇ ਪਾਸੇ ਮੁਸਲਮਾਨਾਂ ਨੇ ਉਹ ਬਈ ਗੱਲ ਸੁਣੋ, ਯਾਨੀ ਮੁਸਲਿਮ ਲੀਗ, ਮੁਸਲਿਮ ਲੀਗ ਔਰ RSS RSS ਦਾ ਏਜੰਡਾ ਇੱਕ ਹੈ। ਟੂ ਨੇਸ਼ਨ ਥਿਊਰੀ ਦੋਨਾਂ ਨੂੰ ਮੰਨਦੇ ਨੇ। ਤੁਸੀਂ ਟੂ ਨੇਸ਼ਨ ਥਿਊਰੀ ਬਿਲਕੁਲ ਬਿਲਕੁਲ। ਉਹ ਦੋਨੋਂ ਮੰਨਦੇ ਨੇ। ਮੇਰੀ ਤਾਂ ਹੁਣ ਉਮਰ ਨਹੀਂ ਹੈ ਕਿ ਮੈਂ ਪੰਗਾ ਲਵਾਂ। ਮੈਂ ਇਹਨਾਂ ਡਾਕਟਰਾਂ ਨੂੰ ਕਹਿਣਾ ਵੀ ਕੋਈ ਇਹੋ ਜਿਹਾ ਡਾਕੂਮੈਂਟ ਹੈ RSS ਦਾ ਜਿਹਨੇ ਟੂ ਨੇਸ਼ਨ ਥਿਊਰੀ ਨੂੰ ਭੰਡਿਆ ਹੋਵੇ? ਕੋਈ ਨਹੀਂ। ਇਹ ਲੋਕ ਰਿਸਰਚ ਨਹੀਂ ਕਰਦੇ। ਹੁਣ ਮੈਂ ਇਹਦੇ 'ਚ ਮੈਂ ਵਾਟ ਕੈਨ ਆਈ ਡੂ? ਆਈ ਐਨ ਓਲਡ ਮੈਨ, ਆਈ ਕਾਂਟ ਡੂ ਇਟ। ਮੈਂ ਤਾਂ ਕਿਤੇ ਜਾ ਨਹੀਂ ਸਕਦਾ, ਆ ਨਹੀਂ ਸਕਦਾ। ਮੈਂ ਤਾਂ ਮੰਜੇ 'ਤੇ ਬੈਠਾ ਲਿਖੀ ਜਾਂਦਾ। ਤੁਹਾਡੇ ਵਰਗੇ ਬੰਦੇ ਨੇ ਜਿਹੜੇ ਕਰ ਸਕਦੇ ਨੇ, ਬਈ ਕਰੋ। ਇਕੱਲਾ ਹਾਏ ਹਾਏ ਕਰਨ ਤੋਂ ਨਹੀਂ ਗੱਲ ਬਣਨੀ। ਲੋਕਾਂ ਨੂੰ ਮੁਤਹੱਦ ਕਰਨਾ ਪੈਣਾ, ਔਰਗੇਨਾਈਜ਼ ਕਰਨਾ ਪੈਣਾ, ਦੱਸਣੀਆਂ ਪੈਣੀਆਂ ਇਹਨਾਂ ਦੀਆਂ ਗੱਲਾਂ। ਇਹਨਾਂ ਦਾ ਅੰਦਰੂਨ ਦੱਸਣਾ ਪੈਣਾ ਵੀ ਅੰਦਰੂਨ ਤੋਂ ਕੀ ਨੇ ਇਹ ਤਾਂ ਸਬਕ ਫਿਰ ਕਿਉਂ ਤੁਹਾਨੂੰ ਲੱਗਦਾ ਬਾਅਦ 'ਚੋਂ ਵੀ ਆਪਾਂ ਦੇਖਿਆ 84 ਦਾ ਕਤਲੇਆਮ ਹੋਇਆ ਦਿੱਲੀ 'ਚ, ਗੁਜਰਾਤ ਹੋਇਆ, ਬਾਬਰੀ ਮਸਜਿਦ ਹੋਈ, ਲੋਕ ਕਿਉਂ ਫਿਰ ਇਹ ਤਰਾਸਦੀਆਂ ਤੋਂ ਕੋਈ ਸਿੱਖਦਾ ਕਿਉਂ ਨਹੀਂ? ਕਾਂਗਰਸ ਵੀ ਉਸੇ ਰਾਹ ਪੈ ਗਈ ਜੋ ਸਭ ਕੁਝ ਹੋ ਰਿਹਾ ਸੀ। ਸੋਚ ਬਾਬੂ ਜੀ, ਛੋਟੀ ਸੋਚ, ਜਿਹੜੀ ਛੋਟੀ ਸੋਚ। ਮੇਰੇ ਕੋਲ ਇੱਕ ਨਾਈਆਂ ਦਾ ਮੁੰਡਾ ਪੜ੍ਹਦਾ ਸੀ, ਮੈਂ ਡਕਾਲੇ ਹੈਡ ਮਾਸਟਰ ਸੀ, ਉਹਦਾ ਨਾਮ ਸੀ ਓਮ ਪ੍ਰਕਾਸ਼। ਉਹ ਸਿੱਖ ਬਣ ਗਿਆ ਸੀ, ਦਿੱਲੀ ਚਲੇ ਗਿਆ। ਇੱਕ ਦੋ ਵਾਰੀ ਮੈਨੂੰ ਮਿਲਣ ਆਇਆ, ਆਪਣੀ ਵਾਈਫ ਦੇ ਨਾਲ, ਬੱਚਿਆਂ ਦੇ ਨਾਲ ਮੈਨੂੰ ਮਿਲਣ ਆਇਆ। ਉਹਨੇ ਮਿਡਲ ਮੇਰੇ ਕੋਲ ਕੀਤੀ ਸੀ। ਉਹ ਉੱਥੇ ਮਾਰਤਾ। ਹੁਣ ਮੈਂ ਕੋਸ਼ਿਸ਼ ਕੀਤੀ, ਮੈਂ ਤੁਰ ਫਿਰ ਸਕਦਾ ਸੀ, ਉਹਦਾ ਪਤਾ ਕਰਾਂ, ਕੋਈ ਪਤਾ ਨਹੀਂ ਚੱਲਿਆ, ਮਾਰਤਾ। ਇਸ ਆਦਮੀ ਦੇ ਵਿੱਚ, ਉਹ ਸਰ ਮੁਹੰਮਦ ਇਕਬਾਲ ਠੀਕ ਲਿਖਦੇ ਨੇ, ਆਦਮੀ ਦੇ ਵਿੱਚ ਸ਼ੈਤਾਨ ਵੀ ਵਸਦਾ ਹੈ। ਸ਼ੈਤਾਨ ਜਦ ਜਾਗ ਪੈਂਦਾ ਹੈ, ਉਹ ਫਿਰ ਇਹ ਜੱਜ ਕਰਦਾ। ਬਾਕੀ ਤੁਸੀਂ ਪੜ੍ਹੋ, ਲਿਖੋ, ਦੇਖੋ, ਸੋਚੋ ਇਹਦੇ ਪਰ। ਤੁਹਾਨੂੰ ਲੱਗਦਾ ਪੰਜਾਬ ਨੇ ਤਾਂ ਕੁਛ ਸਿੱਖਿਆ ਸੀ, ਸਿੱਖਿਆ ਬਾਅਦ ਚੋਂ? ਤੁਹਾਨੂੰ ਲੱਗਦਾ ਪਾਰਟੀਸ਼ਨ ਤੋਂ ਬਾਅਦ ਸਿੱਖਿਆ ਕੁਛ ਸਾਰਿਆਂ ਨੇ? ਕਮਿਊਨਿਸਟਾਂ ਨੇ, ਅਕਾਲੀਆਂ ਨੇ, ਕਾਂਗਰਸੀਆਂ ਨੇ, RSS ਨੇ, ਜਿਹੜੇ ਕਮਿਊਨਿਸਟਾਂ ਨੇ ਸਿੱਖਿਆ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ। ਹੁਣ ਉਹਨਾਂ 'ਚੋਂ ਕੌਣ ਰਹਿ ਗਿਆ? ਮਲਹੋਤਰਾ ਰਹਿ ਗਿਆ, ਡਾਂਗ ਰਹਿ ਗਿਆ, ਬਾਬੇ ਰਹਿ ਗਏ, ਬਾਬਾ ਗੁਰਮੁਖ ਸਿੰਘ ਔਰ ਬਾਬਾ ਹਰਨਾਮ ਸਿੰਘ ਰਹਿ ਗਏ। ਉਹ ਪੰਜਾਬ ਦੇ ਸੀ, ਗੁਜਰਾਤ ਦੇ ਸੀ, ਖਤਮ ਹੋਏ। ਕਿਉਂਕਿ ਜਨਰਲਾਈਜੇਸ਼ਨ ਆ ਤਬਲੀਗੀ ਜਦ ਆਏ ਨੇ ਨਾ, ਵੀ ਇਹਨਾਂ ਨੇ ਫੈਲਾਤਾ ਜੀ ਕਰੋਨਾ, ਇਹਨਾਂ ਨੇ ਫੈਲਾਤਾ, ਤਬਲੀਗੀਆਂ ਨੇ। ਤਬਲੀਗੀ ਤੋਂ ਉੱਥੇ ਵੀ ਫੜਿਆ ਗਿਆ, ਤਬਲੀਗੀ ਉਹਦੇ ਹੁਣ ਕੋਰਟ ਨੇ ਕਹਤੇ ਵੀ ਤਬਲੀਗੀਆਂ ਦਾ ਫੈਲਾਇਆ ਹੀ ਨਹੀਂ। ਇਸ ਕਰਕੇ ਬਾਊ ਜੀ ਇਹ ਲੰਬੀਆਂ ਕਹਾਣੀਆਂ ਨੇ। ਮੋਦੀ ਹੋਰਾਂ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਉਹਨੂੰ ਹਾਰਰ ਡੇ ਦੇ ਤੌਰ ਤੇ, ਉਹ ਮੈਂ ਉਹੀ ਤਾਰਜ਼ ਕੀਤੀ ਜਦ ਤੁਸੀਂ ਆ ਕੇ ਮੇਰੇ ਕੋਲ ਤਸ਼ਰੀਫ ਲਿਆਏ ਹੋ ਵੀ ਇਹ ਹਾਰਰ ਡੇ ਮਨਾਊਗਾ ਜਿਹੜੇ ਇਹਦੇ ਬੰਦਿਆਂ ਨੇ RSS। ਹੁਣ ਤੁਸੀਂ RSS ਦਾ ਦੇਖੋ, ਕੋਈ ਤੁਹਾਨੂੰ ਗਵਰਨਰ ਲਿਖਦਾ ਜਿਹੜਾ ਦਿਖਦਾ ਪੰਜਾਬ ਦਾ ਜਿਹੜਾ RSS ਦਾ ਆਪਣੇ ਪ੍ਰਚਾਰਕ ਨਾਲ ਰਿਹਾ ਹੋਵੇ? ਕੋਈ ਹੈ ਜੀ? ਕੋਈ ਨਹੀਂ ਹੈ। ਉਹ ਸਾਰੇ ਪ੍ਰਚਾਰਕ ਤਾਂ ਸਾਲੇ ਤੁਹਾਡੇ ਮਾਰਦੇ ਸੀ। ਇਹ ਤੁਹਾਡੇ ਹਾਰਰ ਡੇ ਕੀ ਮਨਾ? ਉਹ ਕੀ ਹੈ? ਪਾਕਿਸਤਾਨ ਦਾ ਡੇ ਹੈ, ਉਸ ਦਿਨ ਆਜ਼ਾਦੀ ਦਾ ਡੇ ਹੈ, ਉਹਦੀ ਮੁਖਾਲਫਤ ਕਰਨੀ ਹੈ। ਹੁਣ ਰਾਜੀਵ ਗਾਂਧੀ ਦਾ ਉਹ ਕਰਕੇ ਧਿਆਨ ਚੰਦ ਦਾ ਨਾਂ ਰੱਖਤਾ। ਉਹ ਸਵਾਲ ਨਹਿਰੂ ਦਾ ਕਿਤੇ ਨਾਂ ਨਹੀਂ ਆਉਂਦਾ, ਸਰਵਰਕਰ ਦਾ ਨਾਂ ਹੈ। ਸਰਵਰਕਰ ਮਾਫੀ ਮੰਗ ਕੇ ਆਇਆ ਸੀ ਉੱਥੇ ਤੋਂ। ਇਸ ਕਰਕੇ ਬਾਬੂ ਜੀ ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ।
ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ। ਤਾਂ ਇਹਨੇ ਚੰਦਰ ਪ੍ਰਕਾਸ਼ ਰਾਹੀ ਜਿਨ੍ਹਾਂ ਨੇ ਗੱਲਬਾਤ ਕੀਤੀ, ਔਰ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਅਸੀਂ ਤਰਾਸਦੀਆਂ ਤੋਂ ਸਿੱਖਦੇ ਕੀ ਹਾਂ। ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਇਹ ਬੰਦਾ ਕੀ ਹੁੰਦਾ ਹੈ। ਇਹ ਬੰਦਾ ਜਦੋਂ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਦਾ ਉਹਦੇ 'ਚ ਫਿਰ ਬੰਦੇ ਤੋਂ ਸ਼ੈਤਾਨ ਕਿਉਂ ਹੋ ਜਾਂਦਾ। ਸਦੀਆਂ ਦੇ ਸਵਾਲ ਨੇ, ਸਦੀਆਂ ਤੱਕ ਰਹੇ ਨੇ। ਦੇਖਦੇ ਹਾਂ ਇਹ ਕਹਾਣੀਆਂ ਕੋ ਸਾਨੂੰ ਸਿਖਾਉਂਦੀਆਂ ਨੇ ਜਾਂ ਨਹੀਂ ਸਿਖਾਉਂਦੀਆਂ।